बिस्मिल्लाहिर्रहमानिर्रहीम। मेरे किसान भराओ, सारे किसान भरावां नूं मेरी तरफों खुश आमदीद। मैं प्रोफैसर राणा नेमत अज तुहानूं कपाह दे बारे च यानी कपाह हुण आखिरी मरहले दे विच है ते कोई चंद चीज़ां गल्लां जिहड़ियां ने वो मैं दस्सांगा कि हुण जिहड़ी कपाह चुनाई तो बाद जिहड़े टिंडे बाकी रहिंदे ने ਉਹ ਹੁਣ ਅਸੀਂ ਸਾਨੂੰ ਕੀ ਕਰਨਾ ਚਾਹੀਦਾ ਕਿ ਜਿਹੜੀ ਆਖਰੀ ਚੁਣਾਈ ਹੈ ਉਹ ਵੀ ਸਾਡੀ ਭਰਪੂਰ ਤੇ ਜ਼ਿਆਦਾ ਪੈਦਾਵਾਰ ਦੇਵੇ ਤੇ ਉਹਦਾ ਵਜ਼ਨ ਪੂਰਾ ਹੋਵੇ। ਮੇਰੇ ਕਿਸਾਨ ਭਰਾਵਾਂ ਦੇਖੋ, ਜਿਸ ਤਰੀਕੇ ਨਾਲ ਐਤਕੀ ਬਾਰਿਸ਼ਾਂ ਨੇ ਕਪਾਹ ਨੂੰ ਉੱਠਣ ਹੀ ਨਹੀਂ ਦਿੱਤਾ। ਜਦੋਂ ਕੋਈ ਮਾੜੀ ਜੇ ਕੋਈ ਟਿੰਡੇ ਜਾਂ ਕੋਈ ਫੁੱਲ ਲੱਗਣਾ ਸ਼ੁਰੂ ਹੁੰਦਾ ਸੀਗਾ ਤੇ ਉਦੋਂ ਹੀ ਫਿਰ ਬਾਰਿਸ਼ ਆ ਜਾਂਦੀ ਸੀ। ਜਦੋਂ ਫਿਰ ਮਾੜੀ ਜੀ ਕਪਾਹ ਥੋੜਾ ਜਿਹਾ ਜ਼ੋਰ ਲਾਉਣ ਦੀ ਕੋਸ਼ਿਸ਼ ਕਰਦੀ ਸੀ ਤੇ ਉੱਤੋਂ ਫਿਰ ਬਾਰਿਸ਼, ਹਨੇਰੀ, ਮੀਂਹ, ਯਾਨੀ ਇਸ ਤਰੀਕੇ ਨਾਲ ਨਾ ਤੁਸੀਂ ਇਹ ਕਹਿ ਸਕਦੇ ਆ ਕਿ 9ਵੇਂ ਮਹੀਨੇ ਤੱਕ ਬਾਰਿਸ਼ ਨੂੰ ਜੋ ਹੈ ਉਹ ਸਾਹ ਹੀ ਨਹੀਂ ਪੱਟਣ ਦਿੱਤਾ। ਤੇ ਲੇਕਿਨ ਅੱਲਾਹ ਤਾਲਾ ਦਾ ਚਲੋ ਸ਼ੁਕਰ ਹੈ ਫਿਰ ਵੀ ਉਹਦੀ ਜ਼ਾਤ ਦਾ ਕਿ ਉਹਨੇ 9ਵੇਂ ਮਹੀਨੇ ਦੇ ਵਿੱਚ ਥੋੜਾ ਜਿਹਾ ਬਾਰਿਸ਼ਾਂ ਤੋਂ ਅੱਲਾਹ ਤਬਾਰਕ ਤਾਲਾ ਨੇ ਬਚਾ ਕੇ ਰੱਖਿਆ, ਜਿਹਦੀ ਵਜ੍ਹਾ ਨਾਲ ਕਪਾਹ 9ਵੇਂ ਮਹੀਨੇ ਦੇ ਵਿੱਚ ਆ ਕੇ ਤੇ ਕਾਫੀ ਆਪਣਾ ਜਿਹੜਾ ਫਲ ਹੈ ਨਾ ਉਹ ਉਹਨੇ ਬਣਾ ਲਿਆ। ਤੇ ਇਸ ਤਰੀਕੇ ਨਾਲ ਜਿਹੜਾ ਨਾ ਉਹਦਾ ਅੱਗੇ ਜਿਹੜਾ ਖੜਾ ਸੀਗਾ ਉਹ ਵੀ ਚੰਗਾ ਆ ਗਿਆ। ਤੇ ਇਹ ਮੈਂ ਤੁਹਾਨੂੰ ਦਿਖਾਣਾ ਵਾ ਕਿ ਆਹ ਦੇਖੋ ਕਿ ਆਹ ਇੱਕ ਬੂਟਾ ਵਾ ਜਿਹੜਾ ਮੈਂ ਤੁਹਾਨੂੰ ਦਿਖਾਉਣ ਡਿਆ ਵਾਂ। ਇਸ ਬੂਟੇ ਦੇ ਵਿੱਚ ਜਿਹੜਾ ਵਾ ਇਹ ਪਹਿਲੇ ਇਹਦੀ ਚੁਣਾਈ ਤਕਰੀਬਨ ਅੱਜ ਤੁਹਾਨੂੰ ਜਿਹੜੇ ਇਹ ਨਜ਼ਰ ਆ ਰਹੀ ਹੈ ਚੁਣਾਈ, ਇਹ ਤਕਰੀਬਨ ਇਹਦੇ ਚੋਂ 8 ਮਣ ਚੁਣਾਈ ਹੋ ਚੁੱਕੀ ਹੈ। ਤੇ ਇਹ ਪੂਰੇ ਬੂਟੇ ਦੇ ਵਿੱਚ ਆ ਵੀ ਇਹਦੀ ਸ਼ਾਖ ਹੈ। ਤੇ ਇਹ ਜਿਹੜਾ ਬੂਟਾ ਹੈਗਾ ਵਾ ਇਹ ਵੀ ਜਿਹੜਾ ਮੈਂ ਤੁਹਾਨੂੰ ਦਿਖਾਉਣ ਡਿਆ ਵਾਂ, ਇਹਦੇ 'ਚ ਹੁਣ ਤਕਰੀਬਨ ਹੁਣ ਬੱਚੇ ਨੇ ਗਿਣੇ ਨੇ, ਇਹ 30 ਤੋਂ 35 ਟਿੰਡੇ ਨੇ ਜਿਹੜੇ ਕਿ ਖਿੜੇ ਖੜੇ ਨੇ। ਤੇ ਇਹਦੇ 'ਚ ਤੁਸੀਂ ਦੇਖ ਲਓ ਕਿ ਇਹ ਅੱਲਾਹ ਤਾਲਾ ਦਾ ਸ਼ੁਕਰ ਹੈਗਾ ਵਾ ਕਿ ਇਹਦੇ 'ਚ ਗੁਲਾਬੀ ਸੁੰਡੀ ਦਾ ਵੀ ਹਮਲਾ ਕੋਈ ਨਹੀਂ ਗਾ। ਸਾਰੇ ਕੋਈ ਟਿੰਡਾ ਉੱਤੇ ਵੀ ਜਿਹੜਾ ਇਹ ਕਾਣਾ ਨਹੀਂ ਨਜ਼ਰ ਆ ਰਿਹਾ। ਇਹ ਦੇਖੋ, ਇਹ ਕੋਈ ਵੀ ਟਿੰਡਾ ਜਿਹੜਾ ਨਾ ਇਹਨੂੰ ਅਗਰ ਅਸੀਂ ਭੰਨ ਕੇ ਵੇਖਦੇ ਹਾਂ, ਇਹ ਦੇਖੋ, ਇਹ ਅੱਲਾਹ ਦਾ ਸ਼ੁਕਰ ਹੈਗਾ ਵਾ ਇਹ ਸਾਰੇ ਦੇ ਸਾਰੇ ਟਿੰਡੇ ਜਿਹੜੇ ਨਾ ਇਹ ਅੰਦਰੋਂ ਬਿਲਕੁਲ ਸਾਫ਼ ਨੇ। ਇਹਦੇ 'ਚ ਸਾਨੂੰ ਉਹ ਕੋਈ ਨਜ਼ਰ ਨਹੀਂ ਆ ਰਿਹਾ। ਇਹਦੇ 'ਚ 2 ਸਪਰੇਵਾਂ ਜਿਹੜੀਆਂ ਨੇ ਉਹ ਗੁਲਾਬੀ ਸੁੰਡੀ ਦੀਆਂ ਹੋਈਆਂ ਨੇ ਤੇ ਉਹਦੇ ਵਿੱਚ ਹੀ ਅੱਲਾਹ ਤਬਾਰਕ ਤਾਲਾ ਨੇ ਰਹਿਮ ਕਰ ਦਿੱਤਾ ਵੀ ਇਹਦੇ ਤੇ ਗੁਲਾਬੀ ਸੁੰਡੀ ਨਹੀਂ ਆਈ। ਤੇ ਹੁਣ ਜਿਹੜੇ ਇਹ 35 ਟਿੰਡੇ ਨੇ ਜਿਹੜੇ ਖਿੜੇ ਹੋਏ ਨੇ, ਚਲੋ ਜ਼ਿਆਦਾ ਇਹਦੇ ਚੋਂ ਨਾ ਆਵੇ, ਅੱਲਾਹ ਤਾਲਾ ਕਰਮੋ ਫਜ਼ਲ ਕਰੇ। 35 ਟਿੰਡਿਆਂ ਦੇ ਵਿੱਚੋਂ ਚਲੋ 12, 14, 15 ਮਣ ਜਿੰਨੀ ਵੀ ਰੱਬ ਦੇਵੇ, ਇਹ ਉਮੀਦ ਇੰਨੀ ਕਪਾਹ ਇਸ ਚੁਣਾਈ 'ਚ ਹੋ ਜਾਏਗੀ। ਤੇ ਜਿਹੜੇ ਟਿੰਡੇ ਬਾਕੀ ਲੱਗੇ ਹੋਏ ਨੇ ਇਹ ਤਕਰੀਬਨ 15, 16 ਟਿੰਡੇ ਨੇ ਜਿਹੜੇ ਇਸ ਤੋਂ ਬਾਅਦ ਬਚ ਜਾਣਗੇ। ਹੁਣ ਜਿਹੜਾ ਅੱਜ ਦਾ ਵੀਲਾਗ ਬਣਾਉਣ ਦਾ ਮੇਰਾ ਮਤਲਬ ਇਹ ਹੈ ਕਿ ਆਹ ਜਿਹੜੇ ਟਿੰਡੇ ਨੇ ਜਿਹੜੇ 15 ਨੇ, 16 ਨੇ, ਜਾਂ ਕਈ ਬੂਟਿਆਂ ਦੇ ਉੱਤੇ ਇਸ ਤੋਂ ਇਹ ਦੇਖੋ, ਜਿਵੇਂ ਬੂਟਾ ਹੈਗਾ ਵਾ ਇਹਦੇ ਉੱਤੇ ਜ਼ਿਆਦਾ ਟਿੰਡੇ ਲੱਗੇ ਹੋਏ ਨੇ। ਜ਼ਰਾ ਇੱਧਰ ਕਰਨਾ, ਇਹ ਦੇਖੋ, ਇਹ ਹੁਣ ਟਿੰਡੇ, ਇਹਦੇ ਉੱਤੇ ਟਿੰਡੇ ਜ਼ਿਆਦਾ ਲੱਗੇ ਹੋਏ ਨੇ। ਤੇ ਇਹਨਾਂ ਟਿੰਡਿਆਂ ਦੀ ਹੁਣ ਆਪਾਂ ਹਿਫਾਜ਼ਤ ਕਿਵੇਂ ਕਰਨੀ ਹੈ, ਕਿਉਂਕਿ ਇਹ ਟਿੰਡੇ ਹੀ ਨੇ ਜਿਹੜੇ ਅੱਗੇ ਸਾਨੂੰ ਕੋਈ ਥੋੜੀ ਬਹੁਤੀ ਬਚਤ ਦੇਣਗੇ। ਪਿਛਲਾ ਜਿਹੜਾ ਸੀਗਾ ਉਹ ਤਾਂ ਜ਼ਾਹਿਰ ਖਾਦ ਪਾਣੀ ਪੂਰਾ ਨਹੀਂ ਹੋਇਆ ਇਸ ਦਫਾ, ਤੇ ਠੇਕੇ ਆਪਣੇ ਥਾਂ ਤੇ ਨੇ। ਇਸ ਵਾਸਤੇ ਇਹਨਾਂ ਟਿੰਡਿਆਂ ਵਾਸਤੇ ਅਗਰ ਜੇ ਤੁਹਾਡੀ ਕਪਾਹ ਹੈਗੀ ਕੱਚੀ, ਵਾਹਵਾ ਕੱਚੀ ਹੈ, ਤੇ ਤੁਸੀਂ ਜ਼ਿਆਦਾ ਨਾ ਕਰੋ। ਸ਼ੈਡਿੰਗ ਦੇ ਨਾਂ ਤੇ ਸਪਰੇਅ ਆਉਂਦੀ ਹੈ, ਉਹਦੇ 'ਚ ਲੈਮਡਾ ਵਾ ਤੇ ਨਾਲ ਉਹਦੇ ਕਲੋਰੋ ਆਪਣਾ ਜਿਹੜਾ ਵਾ ਉਹ ਹੈਗੀ ਹੈ ਉਹ ਵਿੱਚ ਉਹਦੇ ਪਈਆਂ ਨੂੰ ਸ਼ੈਡਿੰਗ ਦੇ ਨਾਂ ਤੇ ਸਪਰੇਅ ਆ ਰਹੀ ਹੈ, ਟਰਾਈ ਐਜ਼ੋਫਾਸ। ਨਾਲ ਇਹਦੇ ਵਿੱਚ ਹੈਗੀ ਆ ਦੂਸਰਾ ਲੈਮਡਾ ਵਾ। ਉਹ ਦੋਵੇਂ ਰਲੀਆਂ 14-1500 ਰੁਪਏ ਦੀ ਸਪਰੇਅ ਆਉਂਦੀ ਹੈ ਤੇ ਉਹ ਤੁਸੀਂ ਕਰਵਾ ਦਿਓ। ਇੱਕੋ ਸਪਰੇਅ ਕਰਾ ਦਿਓ 2 ਕਿੱਲਿਆਂ ਦੇ ਹਿਸਾਬ ਨਾਲ, ਯਾਨੀ ਇਹ ਕਹਿ ਸਕਦੇ ਕਿ 6 ਤੋਂ 700 ਰੁਪਏ ਖਰਚਾ ਤੁਹਾਡਾ ਆਉਣਾ ਵਾ। ਤੇ ਇਹ ਸਪਰੇਅ ਇਹਦੇ ਉੱਤੇ ਕਰਾ ਦਿਓ। ਤੇ ਕਰਾ ਦਿਓਗੇ ਤੇ ਇਹ ਸਾਡੇ ਚਲੋ 10, 12, 15 ਜਿੰਨੇ ਟਿੰਡੇ ਨੇ ਜਿਹੜੇ ਬਚੇ ਹੋਏ ਨੇ ਇਹਦੇ ਵਿੱਚੋਂ ਜ਼ਿਆਦਾ ਨਾ ਆਵੇ। ਚਲੋ ਫਰਜ਼ ਕਰੋ 5, 6, 7 ਮਣ, 5 ਮਣ ਵੀ ਕਪਾਹ ਨਿਕਲਿਆ ਆਵੇ, ਜਿਹੜੇ ਬਾਕੀ ਟਿੰਡੇ ਬਚੇ ਹੋਏ ਨੇ, ਤੇ 5 ਮਣ ਕਪਾਹ ਫਰਜ਼ ਕਰੋ 7000 ਜਾਂ 8000 ਵੀ ਵਿਕ ਜਾਵੇ ਤੇ ਤਕਰੀਬਨ 30-40 ਹਜ਼ਾਰ ਦੀ ਤਾਂ ਹੈ ਨਾ। ਇਸ ਵਾਸਤੇ ਇਹ 2-3 ਗੱਲਾਂ ਨੇ ਜਿਹੜੀਆਂ ਮੈਂ ਤੁਹਾਨੂੰ ਦੱਸਣ ਵਾਲਾ ਵਾਂ। ਇੱਕ ਤਾਂ ਇਹ ਹੈ ਕਿ ਤੁਸੀਂ ਪਾਣੀ ਦਾ ਸੋਕਾ ਹੁਣ ਵੀ ਨਹੀਂ ਲੱਗਣ ਦੇਣਾ, ਕਿਉਂਕਿ ਜਿਹੜਾ ਟੈਂਪਰੇਚਰ ਉੱਤੇ ਬਹੁਤ ਜ਼ਿਆਦਾ, ਯਾਨੀ ਗਰਮੀ ਜਿਹੜੀ ਜ਼ਿਆਦਾ ਨਾ, ਇਹ ਸਾਡੇ ਵਾਸਤੇ ਰਹਿਮਤ ਵੀ ਬਣ ਸਕਦੀ ਹੈ ਜੀ। ਅਸੀਂ ਥੋੜਾ ਜਿਹਾ ਇਹਦੇ ਤੇ ਜਿੱਥੇ ਪਹਿਲੇ ਖਰਚਾ ਕੀਤਾ ਵਾ ਥੋੜਾ ਜਿਹਾ ਹੋਰ ਕਰ ਦਈਏ। ਨਹਿਰ ਦਾ ਜਾਂ ਟਿਊਬਵੈਲ ਦਾ ਜਿਵੇਂ ਵੀ ਹੋ ਸਕੇ ਪਾਣੀ ਭਾਵੇਂ ਪਤਲਾ ਲਾ ਦਿਓ, ਲੇਕਿਨ ਤੁਸੀਂ ਪਾਣੀ ਜ਼ਰੂਰ ਲਾਉਣਾ। ਇਹਦਾ ਜਿਹੜਾ ਤਲ ਹੈ ਨਾ ਉਹ ਗਿੱਲਾ ਰਵੇ। ਜਿਵੇਂ ਇਹ ਦੇਖੋ ਮੈਂ ਤੁਹਾਨੂੰ ਦਿਖਾਉਣਾ ਵਾ, ਇਹ ਵੀ ਇਹ ਪਾਣੀ ਬਿਲਕੁਲ ਪਤਲਾ ਲਾਇਆ ਵਾ। ਇਹ ਦੇਖੋ, ਇਹ ਪਾਣੀ ਇੱਥੇ ਬੂਟਾ ਵਾ ਤੇ ਇੱਥੋਂ ਤੱਕ ਪਾਣੀ ਆਇਆ। ਯਾਨੀ ਦੂਸਰੇ ਮਾਨੇ 'ਚ ਇਹ ਕਹਿ ਸਕਦੇ ਵੀ ਖੇੜਾਂ ਦੇ ਵਿੱਚ ਜਿਹੜਾ ਨਾ ਉਹ ਭਾਵੇਂ ਅੱਧਾ ਘੰਟਾ ਪਾਣੀ ਲਾਓ ਤੁਸੀਂ, ਲੇਕਿਨ ਪਾਣੀ ਇੱਕ ਦਫਾ ਤੇਲ ਆਕੂ ਫਿਰ ਜਾਵੇ, ਉਹ ਲਾਜ਼ਮੀ ਲਾਵੋ। 8ਵੇਂ ਦਿਨ 1 ਜਾਂ 2 ਪਾਣੀ ਲੱਗਣੇ ਨੇ ਜ਼ਿਆਦਾ, ਤਾਂ ਕਿ ਤੁਹਾਡਾ ਇਹ ਜਿਹੜਾ ਟਿੰਡਾ ਨਾ ਇਹ ਪੱਕ ਕੇ ਤੇ ਖਿੜ ਜਾਵੇ।
ਹੁਣ ਇਹ ਜਿਹੜੀ ਕਪਾਹ ਹੈਗੀ ਹੈ 15 ਜਿਹੜੇ ਟਿੰਡੇ 30 35 ਖੜੇ ਹੋਏ ਨੇ, ਚਲੋ ਅੱਲਾਹ ਤਾਲਾ ਇਹਦੇ ਚੋਂ ਜਦੋਂ ਅਸੀਂ ਚੁਣਾਂਗੇ ਤੇ ਮੈਂ ਤੁਹਾਨੂੰ ਦੱਸਾਂਗਾ ਵੀ ਇਹ ਕਿੰਨੀ ਹੋਈ ਹੈ। ਇਹ ਅਗਰ ਇੰਨੀ ਹੋ ਕੇ ਤੇ ਇਹ ਸਾਰੀ ਰਾਲਾ ਮਿਲਾ ਕੇ ਅਗਰ ਅੱਲਾਹ ਤਾਲਾ ਕਰਮੋ ਫਜ਼ਲ ਕਰੇ 20-25 ਮਣ ਵੀ ਆ ਜਾਵੇ ਨਾ ਇਸ ਦਫਾ, ਤੇ ਤੁਸੀਂ ਇਹ ਸਮਝੋ ਵੀ ਇਹ 20-25 ਮਣ ਨਹੀਂ ਗੀ, ਬਲਕਿ ਇਹ ਕਿੰਨੀ ਹੈ, ਇਹ ਤਕਰੀਬਨ ਜਿਹੜੀ ਹੈਗੀ ਹੈ ਇਹ ਤੁਹਾਡੀ 50 ਮਣ ਕਪਾਹ ਵਾ। ਕਿਉਂਕਿ ਇੱਕ ਦਫਾ ਜਦੋਂ ਬਾਰਿਸ਼ਾਂ ਆ ਰਹੀਆਂ ਸੀ ਨਾ, ਉਦੋਂ ਤਾਂ ਇਦਾਂ ਲੱਗਦਾ ਸੀ ਵੀ ਕੰਮ ਬਿਲਕੁਲ ਹੀ ਚਪਾਟ ਹੋ ਗਿਆ। ਲੇਕਿਨ ਉਹ ਸਿਆਣੇ ਕਹਿੰਦੇ ਨੇ ਕਿ ਅੱਲਾਹ ਤਬਾਰਕ ਤਾਲਾ ਦੀ, ਇੱਕ ਬਲਕਿ ਕੁਰਾਨ ਮਜੀਦ ਦੇ ਵਿੱਚ ਆਉਂਦਾ ਕਿ ਅੱਲਾਹ ਤਾਲਾ ਦੀ ਰਹਿਮਤ ਤੋਂ ਨਾ ਉਮੀਦ ਨਹੀਂ ਹੋਣਾ ਚਾਹੀਦਾ। ਤੇ ਉਹ ਜਿਹੜੇ ਬੰਦੇ, ਇਹ ਜ਼ਿਮੀਦਾਰ ਵਿਚਾਰਾ ਲੱਗਾ ਰਿਹਾ, ਜ਼ਿਮੀਦਾਰ ਬੜਾ ਇਸ ਮਾਮਲੇ ਦੇ ਵਿੱਚ ਅੱਲਾਹ ਤੇ ਤਵੱਕਲ ਉਹਦਾ, ਉਹ ਆਪਣੀ ਫਸਲ ਦੇ ਪਿੱਛੇ ਲੱਗਾ ਰਿਹਾ, ਸਪਰੇਅ ਵੀ ਕਰਦਾ ਰਿਹਾ, ਖਾਦ ਵੀ ਥੋੜੀ ਬਹੁਤੀ ਪਾਉਂਦਾ ਰਿਹਾ, ਤੇ ਅੱਜ ਆ ਕੇ ਅੱਲਾਹ ਦੇ ਫਜ਼ਲੋ ਕਰਮ ਨਾਲ ਕਾਫੀ ਜਿਹੜਾ ਨਾ ਸਾਨੂੰ ਨਜ਼ਰ ਆ ਰਿਹਾ ਵੀ ਕਪਾਹ ਦੇ ਵਿੱਚ ਜਿਹੜਾ ਨਾ ਬੜਾ ਹੌਸਲਾ ਅਫਜ਼ਾ ਰਿਜ਼ਲਟ ਹੈ ਤੇ ਬੜਾ ਚਾਨਣ ਨਜ਼ਰ ਆ ਰਿਹਾ ਵਾ। ਤੇ ਇਸ ਵਾਸਤੇ ਜਿਹੜਾ ਨਾ ਹੁਣ ਵੀ ਦਿਲ ਨਾ ਛੱਡੋ ਮੇਰੇ ਕਿਸਾਨ ਭਰਾਓ, ਜਿਹੜੀ ਹੁਣੀ ਸੀ ਉਹ ਤਾਂ ਹੋ ਗਈ, ਜਿਹੜੀ ਹੁਣ ਬਚ ਗਈ ਹੈ ਨਾ ਇਹਨੂੰ ਲਾਜ਼ਮੀ ਸੰਭਾਲੋ। ਹੁਣ ਦਿਲ ਨਾ ਛੱਡੋ। ਚਲੋ ਇਹ ਕੋਈ ਠੇਕਾ, ਕੋਈ ਘਰ ਦੇ ਖਰਚੇ, ਕੋਈ ਲਾ ਲਓ ਕੋਈ ਖਾਦ ਪਾਣੀ ਦਾ, ਇਨਸ਼ਾਅੱਲਾ ਜੇ ਇਹ ਉਤਲੇ ਜਿਹੜੇ ਟਿੰਡੇ ਨੇ ਤੁਹਾਡੇ 15 ਨੇ 20 ਨੇ 10 ਨੇ ਜਿੰਨੇ ਨੇ, ਇਹਨਾਂ ਨੂੰ ਸਾਂਭ ਲੋਗੇ ਨਾ, ਇਹ ਤੇ ਮੇਰੇ ਖਿਆਲ ਦੇ ਮੁਤਾਬਿਕ ਜਿਹੜਾ ਕਿਸਾਨ ਦੀ ਅੱਲਾਹ ਤਾਲਾ ਕਰੇ ਇਹੀ ਬਚਤ ਹੋ ਜਾਏਗੀ। ਤੇ ਮੈਂ ਤੁਹਾਨੂੰ ਦੱਸਣਾ ਇਹ ਚਾਹੁੰਦਾ ਵਾਂ ਕਿ ਹੁਣ ਕੋਈ ਖਾਦ ਪਾਉਣ ਦੀ ਜਾਂ ਕੋਈ ਹੋਰ ਸ਼ੈ ਕਰਨ ਦੀ ਮੇਰੇ ਖਿਆਲ ਦੇ ਮੁਤਾਬਿਕ ਹੁਣ ਲੋੜ ਕੋਈ ਨਹੀਂ। ਹਾਂ, ਕਿਸੇ ਦੇ 'ਚ ਕੋਈ ਲਸ਼ਕਰੀ ਸੁੰਡੀ ਆ ਗਈ ਹੈ ਜਾਂ ਕੋਈ ਸੁੰਡੀ ਨਜ਼ਰ ਆਉਂਦੀ ਹੈ, ਲੇਕਿਨ ਮੈਂ ਤੁਹਾਨੂੰ ਫਿਰ ਵੀ ਇਹ ਕਹਾਂਗਾ ਯਾਰ ਇਹ 600-700 ਰੁਪਏ ਖਰਚਾ ਕੋਈ ਜ਼ਿਆਦਾ ਨਹੀਂਗਾ, ਇਹ ਖਰਚਾ ਲਾਜ਼ਮੀ ਤੁਸੀਂ ਕਰ ਲਓ। ਇਹ ਸ਼ੈਡਿੰਗ ਜਿਹੜੀ ਹੈਗੀ ਸਪਰੇ ਉਹ 2 ਜਿਹੜੀ ਹੈ ਨਾ ਉਹ 2 ਏਕੜ ਦੇ ਉੱਤੇ ਕਰਾ ਦਿਓ, ਤੇ ਇਨਸ਼ਾਅੱਲਾ ਤੁਹਾਡੇ ਉਤਲਾ ਜਿਹੜਾ ਟਿੰਡਾ ਹੈ ਨਾ ਉਹ ਤੁਹਾਡਾ ਗੁਲਾਬੀ ਸੁੰਡੀ ਤੋਂ ਬਚ ਜਾਏਗਾ। ਔਰ ਗੁਲਾਬੀ ਸੁੰਡੀ ਜੇ ਬਚ ਗਿਆ ਤੇ ਇਨਸ਼ਾਅੱਲਾ ਇਹਦੀ ਔਸ ਜਿਹੜੀ ਉਹ ਠੀਕ ਹੋ ਜਾਏਗੀ। ਤੇ ਮੈਂ ਤੁਹਾਨੂੰ ਇਹ ਦਿਖਾਉਣਾ ਚਾਹੁੰਦਾ ਵੀ ਇਹ ਸਿਰਫ ਅਸੀਂ ਇੱਕ ਬੂਟਾ ਹੀ ਤੁਹਾਨੂੰ ਨਹੀਂ ਦਿਖਾਇਆ, ਬਲਕਿ ਇਹ ਸਾਰਾ, ਇਹ ਜ਼ਰਾ ਕੈਮਰਾਮੈਨ ਇਧਰ ਲੈ ਕੇ ਆਓ, ਇਹ ਸਾਰਾ ਤੁਸੀਂ ਦੇਖ ਲਓ ਮਾਸ਼ਾਅੱਲਾ ਕਿ ਇਹ ਚਾਰੋਂ ਤਰਫ ਹੁਣ ਜਿਹੜਾ ਮੈਂ ਪਿਛਲੇ ਵੀਲਾਗ 'ਚ ਵੀ ਤੁਹਾਨੂੰ ਦਿਖਾਇਆ ਸੀਗਾ ਵੀ ਅੱਲਾ ਨੇ ਕਰਮ ਕੀਤਾ ਵਾ। ਇਹ ਆ ਦੇਖੋ ਹੁਣ ਇਹ ਕਾਫੀ ਜਿਹੜਾ ਨਾ ਅੱਲਾਹ ਤਾਲਾ ਨੇ ਕਰਮ ਕੀਤਾ, ਇਹ ਬਹਾਰ ਜਿਹੜੀ ਹੈ ਨਾ ਉਹ ਨਜ਼ਰ ਆਉਣ ਡਈ ਹੈ। ਤੇ ਇਹ ਇਨਸ਼ਾਅੱਲਾ ਤਾਲਾ ਅੱਲਾਹ ਦੇ ਫਜ਼ਲੋ ਕਰਮ ਦੇ ਨਾਲ ਅੱਲਾਹ ਤਾਲਾ ਸਿਆਣੇ ਕਹਿੰਦੇ ਜੀਆਂ 'ਚ ਖੈਰ ਰੱਖੇ, ਤੇ ਅੱਲਾਹ ਤੁਹਾਡਾ ਜਿਹੜਾ ਨਾ ਉਹ ਇਨਸ਼ਾਅੱਲਾ ਜ਼ਿਮੀਦਾਰ ਦੇ ਨਾਲ ਅੱਲਾਹ ਹੀ ਹੈ। ਬਾਕੀ ਹੋਰ ਤੇ ਜਿਨ੍ਹਾਂ ਨੇ ਹਕੂਮਤ ਨੇ ਬਾਕੀ ਨੇ ਜੋ ਸਾਡੇ ਨਾਲ ਕੀਤੀ ਉਹ ਸਾਰਿਆਂ ਨੂੰ ਪਤਾ ਹੀ ਹੈ। ਹੁਣ ਅੱਲਾਹ ਦੀ ਆਸ ਦੇ ਉੱਤੇ ਇਹ ਇਸ ਤਰੀਕੇ ਨਾਲ ਕਰੋਗੇ ਨਾ ਤੇ ਅੱਲਾਹ ਤਬਾਰਕ ਤਾਲਾ ਦੇ ਹੁਕਮ ਦੇ ਨਾਲ ਇਨਸ਼ਾਅੱਲਾ ਤੁਹਾਡੀ ਪੈਦਾਵਾਰ ਜਿੰਨੀ ਹੈਗੀ ਹੈ ਉਹ ਇਨਸ਼ਾਅੱਲਾ ਅੱਛੀ ਆ ਜਾਏਗੀ। ਤੇ ਮੇਰੇ ਦੋਸਤੋ ਅੱਜ ਇਹੀ ਗੱਲਾਂ ਸੀ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀਗਾ। ਤੇ ਬਾਕੀ ਇਹ ਇੱਧਰ ਵੀ ਥੋੜਾ ਜਿਹਾ ਕੈਮਰਾ ਮਾਰ ਕੇ ਦਿਖਾ ਦਿਓ, ਠੀਕ ਹੈ, ਤੇ ਇੱਧਰ ਵੀ ਦਿਖਾ ਦਿਓ, ਕਿਉਂਕਿ ਉਹ ਬਾਜ਼ ਦਫਾ ਹੁੰਦਾ ਨਾ ਕਿ ਬੂਟੇ 2-4 ਦਿਖਾ ਦਿੰਦੇ ਨੇ ਤੇ ਉਹ ਕਹਿੰਦੇ ਨੇ ਕਿ ਜਨਾਬ ਇਹ ਪਤਾ ਨਹੀਂ ਇਹ ਉਵੇਂ ਜਨਾਬ ਬਣਾ ਕੇ ਤੇ ਆਰਟੀਫੀਸ਼ੀਅਲ ਬਣਾ ਦਿੱਤੀ, ਐਸੀ ਗੱਲ ਕੋਈ ਨਹੀਂ ਗੀ। ਤੇ ਆ ਜਿਹੜੀ ਜਿੱਥੋਂ ਤੱਕ ਵੈਰਾਈਟੀ ਦਾ ਤਾਲੁਕ ਹੈ ਇਹ 1011 ਜਾਂ ਕੋਈ ਲਾਈਨ ਨੰਬਰ ਹੈਗਾ ਵਾ, ਠੀਕ ਹੈ, ਇਹ ਉਹ ਵੈਰਾਈਟੀ ਹੈ। ਤੇ ਉਰਲੇ ਪਾਸੇ ਜਿਹੜੀ ਲੱਗੀ ਹੋਈ ਹੈ ਉਹ SS 102 ਹੈਗੀ ਹੈ, ਇਹ ਲੱਗੀ ਹੋਈ ਹੈ। ਵੈਸੇ ਤੇ ਇਹ ਵੈਰਾਈਟੀਆਂ ਜਿਹੜੀਆਂ ਨਾ ਇਹ ਤਕਰੀਬਨ ਮੌਸਮੀ ਦੇ ਵਿੱਚ ਕਾਮਯਾਬ ਹੋਈਆਂ ਨਾ, ਬਾਕੀ 3 ਜੀਨ ਜਿਹੜੀਆਂ ਨੇ ਉਹ ਜਿੱਥੋਂ ਵੀ ਸੁਣਦੇ ਇਹ ਕਹਿੰਦੇ ਵੀ ਯਾਰ ਉਹਨਾਂ ਨੇ ਸ਼ੈਡਿੰਗ ਬਹੁਤ ਜ਼ਿਆਦਾ ਕੀਤੀ ਹੈ। ਆ ਇੱਧਰ ਵੀ ਮਾਰ ਲੈਣਾ ਕੈਮਰਾ, ਦੇਖੋ ਉਹ ਇਹ ਆ ਦੇਖੋ ਜੀ, ਆ ਮੇਰੇ ਚੌਧਰੀ ਰਫੀਕ ਜਿਹੜੇ ਨੇ ਇਹ ਭਰਾ ਨੇ, ਇਹ ਤੁਹਾਨੂੰ ਦਿਖਾ ਰਹੇ ਨੇ। ਇਹ ਆ ਦੇਖੋ ਉਰਲੇ ਪਾਸੇ ਵੀ ਮਾਸ਼ਾਅੱਲਾ ਇਹ ਬੜੇ ਅੱਛੇ ਤਰੀਕੇ ਦੇ ਨਾਲ ਜਿਹੜਾ ਅੱਲਾਹ ਤਬਾਰਕ ਤਾਲਾ ਨੇ ਹੁਣ ਅਖੀਰ ਤੇ ਆ ਕੇ ਰੰਗ ਲਾ ਦਿੱਤੇ ਨੇ। ਅੱਲਾਹ ਤਾਲਾ ਸਿਆਣੇ ਕਹਿੰਦੇ ਨੇ ਕਿ ਖਾਣਾ ਨਸੀਬ ਕਰੇ। ਤੇ ਸਾਰੇ ਦੋਸਤਾਂ ਨੂੰ ਇਹੀ ਗੱਲਾਂ ਸੀ ਜਿਹੜੀ ਮੈਂ ਦੱਸਣਾ ਚਾਹੁੰਦਾ ਸੀਗਾ। ਤੇ ਜੇ ਤੁਹਾਨੂੰ ਮੇਰੀ ਗੱਲਾਂ ਪਸੰਦ ਆਈਆਂ ਨੇ ਤੇ ਚੰਗੀਆਂ ਲੱਗੀਆਂ ਨੇ ਤੇ ਪ੍ਰੋਫੈਸਰ ਰਾਣਾ ਨਿਮਤ ਦੇ ਨਾਂ ਦਾ ਚੈਨਲ ਹੈਗਾ ਵਾ, ਉਹ ਤੁਸੀਂ ਸਬਸਕ੍ਰਾਈਬ ਵੀ ਕਰ ਦਿਓ ਤੇ ਬੈਲ ਦਾ ਬਟਨ ਵੀ ਦਬਾ ਦਿਓ, ਤਾਂ ਕਿ ਜਿਹੜੀ ਵੀ ਨਵੀਂ ਇਨਫੋਰਮੇਸ਼ਨ ਫਸਲਾਂ ਦੇ ਬਾਰੇ 'ਚ, ਬਾਗਾਤ ਦੇ ਬਾਰੇ 'ਚ ਔਰ ਜਿਹੜੇ ਬਾਰੇ 'ਚ ਵੀ ਮੈਂ ਇਹ ਤੁਹਾਨੂੰ ਇਨਫੋਰਮੇਸ਼ਨ ਦਿਆਂਗਾ, ਮਾਲੂਮਾਤ ਦਿਆਂਗਾ, ਉਹ ਤੁਹਾਡੇ ਘਰ ਤੱਕ ਪਹੁੰਚਦੀਆਂ ਰਹਿਣਗੀਆਂ। ਸਾਰੇ ਕਾਸ਼ਤਕਾਰ ਭਰਾਵਾਂ ਦਾ ਸ਼ੁਕਰੀਆ। अस्सलाम वालेकुम।